ਲਾਲ ਸਿੰਘ ਕਮਲਾ ਅਕਾਲੀ। ਇਹਦਾ ਜਨਮ ਹੋਇਆ 14 ਜੂਨ 1899 ਤੋਂ 1977 ਜਾਂ 79 ਤੱਕ ਮੰਨਿਆ ਜਾਂਦਾ ਇਹਦਾ ਜੀਵਨ ਕਾਲ। 14 ਜੂਨ 1899 ਨੂੰ ਜਨਮ ਹੁੰਦਾ, 1977 ਜਾਂ 79 ਦੇ ਵਿੱਚ ਇਹਨਾਂ ਦੀ ਮੌਤ ਹੁੰਦੀ ਹੈ। ਪੰਜਾਬੀ ਦੇ ਵਾਰਤਕ ਲੇਖਕ ਨੇ। ਸਫ਼ਰਨਾਮਾ। ਮੇਰਾ ਵਲਾਇਤੀ ਸਫ਼ਰਨਾਮਾ ਭਾਗ 1 ਛਪਿਆ 1931 ਦੇ ਵਿੱਚ ਅਤੇ ਭਾਗ 2 ਛਪਿਆ 1933 ਦੇ ਵਿੱਚ। ਇਹਨੂੰ ਹੀ ਪਹਿਲਾਂ ਆਪਾਂ ਸਫ਼ਰਨਾਮੇ ਦੀ ਸ਼ੁਰੂਆਤ ਮੰਨਿਆ ਜਾਂਦਾ ਪੰਜਾਬੀ ਵਾਰਤਕ ਦੇ ਵਿੱਚ। ਅਤੇ ਪੰਜਾਬੀ ਦੀ ਪਹਿਲੀ ਨਿੱਕੀ ਕਹਾਣੀ ਮੰਨੀ ਜਾਂਦੀ ਹੈ ਸਰਬਲੋਹ ਦੀ ਵਹੁਟੀ, ਉਹ ਵੀ ਲਾਲ ਸਿੰਘ ਕਮਲਾ ਅਕਾਲੀ ਦੀ ਰਚਨਾ ਹੈ। ਜਨਮ ਹੁੰਦਾ ਇਹਨਾਂ ਦਾ ਪਿੰਡ ਭਨੋਹੜ, ਜ਼ਿਲ੍ਹਾ ਲੁਧਿਆਣਾ ਦੇ ਵਿੱਚ। ਪਿਤਾ ਦਾ ਨਾਂ ਭਗਵਾਨ ਸਿੰਘ ਵੀ ਲਿਖਿਆ ਮਿਲਦਾ ਹੈ, ਬਹਾਦਰ ਸਿੰਘ ਭਗਵਾਨ ਵੀ ਲਿਖਿਆ ਮਿਲਦਾ ਹੈ। ਅੱਗੇ ਇਹਨਾਂ ਨੇ ਜੋ ਜੋਬਸ ਕੀਤੀਆਂ, ਜੋ ਕੰਮ ਕੀਤੇ, ਜੋ ਸੇਵਾਵਾਂ ਕੀਤੀਆਂ, ਉਹ ਕੀ ਨੇ? ਪਹਿਲਾਂ ਤਾਂ ਇੱਕ ਟੀਚਰ ਵਜੋਂ, ਇੱਕ ਅਧਿਆਪਕ ਵਜੋਂ ਇਹਨਾਂ ਨੇ ਸੇਵਾ ਨਿਭਾਈ ਹੈ। ਉਸ ਤੋਂ ਬਾਅਦ ਇਹ ਸਰਕਾਰੀ ਟੈਕਨੀਕਲ ਕਾਲਜ ਇੰਸਟੀਚਿਊਟ ਬ੍ਰਹਮਾ ਦੇ ਵਿੱਚ ਕਰਮਚਾਰੀ ਰਹੇ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਇਹ ਕਾਨੂੰਨੀ ਸਲਾਹਕਾਰ ਰਹੇ ਆ, ਕਿਉਂਕਿ ਇਹਨਾਂ ਨੇ LLB ਵੀ ਕੀਤੀ ਹੋਈ ਸੀ ਅਤੇ MLA ਵੀ ਰਹੇ ਆ ਪੰਜਾਬ ਦੇ ਇੱਕ ਵਾਰ ਇਹ। ਅਤੇ ਮੁੱਖ ਸੰਪਾਦਕ ਰਹੇ ਨੇ ਰੋਜ਼ਾਨਾ ਉਰਦੂ ਅਜੀਤ ਦੇ, ਅਤੇ ਮੈਨੇਜਿੰਗ ਡਾਇਰੈਕਟਰ ਵੀ ਰਹੇ ਨੇ ਖਾਲਸਾ ਉਰਦੂ ਅਖਬਾਰ ਦੇ। ਖੇਤੀ ਅਤੇ ਵਕਾਲਤ ਦੋ ਕੰਮ ਹੈ ਜਿਹੜੇ ਇਹਨਾਂ ਨੇ ਲੁਧਿਆਣਾ 'ਚ ਰਹਿ ਕੇ ਕੀਤੇ ਆ। ਲੁਧਿਆਣਾ ਦੀ ਡਿਸਟ੍ਰਿਕਟ ਕੋਰਟ ਦੇ ਵਿੱਚ ਇਹਨਾਂ ਨੇ ਵਕਾਲਤ ਕੀਤੀ ਹੈ। ਇਸ ਤਰ੍ਹਾਂ ਦੇਖੋ, ਫਿਰ ਇਹਨਾਂ ਦੀਆਂ ਬਹੁਤ ਸਾਰੇ ਇਹਨਾਂ ਨੇ ਸੇਵਾਵਾਂ ਨਿਭਾਈਆਂ ਅਤੇ ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹਨੂੰ ਇੱਕ ਆਪਾਂ ਵਿਭਿੰਨਤਾ ਵਾਲੀ ਜੀਵਨ ਨੂੰ ਕਹਿ ਸਕਦੇ ਹਾਂ। ਵਿਭਿੰਨਤਾਵਾਂ ਨਾਲ ਭਰਪੂਰ ਜੋ ਹੈ ਜੀਵਨ ਸਰਗਰਮੀਆਂ ਉਹਨਾਂ ਦੇ ਜੀਵਨ 'ਚ ਹੋਈਆਂ ਨੇ। ਉਸ ਤੋਂ ਬਾਅਦ ਜੇ ਗੱਲ ਕਰੀਏ ਇਹਨਾਂ ਦੀਆਂ ਰਚਨਾਵਾਂ ਦੀ, ਤਾਂ ਜਿਹੜਾ ਮੌਤ ਰਾਣੀ ਦਾ ਘੁੰਡ 1934 ਦੇ ਵਿੱਚ ਇਹਨਾਂ ਦੀ ਦਾਰਸ਼ਨਿਕ ਰਚਨਾ ਹੈ। ਦਾਰਸ਼ਨਿਕ ਲੇਖਾਂ ਦਾ ਸੰਗ੍ਰਹਿ ਹੈ ਜਿਹਦੇ ਵਿੱਚ ਮੌਤ ਬਾਰੇ ਜੋ ਹੈ ਲੇਖ ਵੱਖ-ਵੱਖ ਵਿਸ਼ਿਆਂ 'ਤੇ ਇਹਨੇ ਵੱਖ-ਵੱਖ ਸਿਰਲੇਖਾਂ ਹੇਠ ਲਿਖੇ ਨੇ। ਮੌਤ ਨੂੰ ਸੈਂਟਰ ਮੰਨਿਆ ਹੈ, ਮੌਤ ਨੂੰ ਕੇਂਦਰ ਬਿੰਦੂ ਮੰਨ ਕੇ ਜੋ ਸਾਨੂੰ ਬਹੁਤ ਸਾਰੇ ਨਿਬੰਧ ਲਿਖੇ ਨੇ ਅਤੇ ਉਹਨਾਂ ਬਾਰੇ ਮੌਤ ਬਾਰੇ ਦੱਸਿਆ ਕਿ ਮੌਤ ਕੀ ਹੈ, ਕਿਵੇਂ ਆਉਂਦੀ ਹੈ, ਕਿਸ ਤਰ੍ਹਾਂ ਇਹਦੇ ਨਾਲ ਡੀਲ ਕਰਨਾ ਚਾਹੀਦਾ, ਕਿਸ ਤਰ੍ਹਾਂ ਦੀ ਇਹਦੇ ਪ੍ਰਤੀ ਸੋਚ ਹੋਣੀ ਚਾਹੀਦੀ ਹੈ ਸਾਡੀ। ਅਤੇ ਇਹਦੇ ਵਿੱਚ 11 ਲੇਖ ਨੇ, ਦਾਰਸ਼ਨਿਕ ਲੇਖ ਇਹਨੂੰ ਮੰਨ ਸਕਦੇ ਹਾਂ ਆਪਾਂ। ਜੀਵਨ ਨੀਤੀ 1949 ਦੇ ਵਿੱਚ ਆਉਂਦਾ ਹੈ। ਕਮਾਲਾਂ ਦੇ ਕੋਟ, ਇਹ ਜੀਵਨੀ ਸਾਹਿਤ ਮੰਨ ਸਕਦੇ ਹਾਂ, ਜੀਵਨ ਯਾਦਾਂ ਨੇ ਇਹਦੇ ਵਿੱਚ ਲੇਖਕ ਦੀਆਂ। ਸੈਲਾਨੀ ਦੇਸ਼ ਭਗਤ, ਇਹਨੂੰ ਵੀ ਜੀਵਨੀ ਸਾਹਿਤ ਮੰਨ ਸਕਦੇ ਹਾਂ, ਇਹਦੇ ਵਿੱਚ ਵੀ ਲੇਖਕ ਦੀਆਂ ਯਾਦਾਂ ਨੇ ਜੀਵਨ ਦੀਆਂ। ਅਤੇ ਮਨ ਦੀ ਮੌਜ 1955। ਮੇਰਾ ਆਖਰੀ ਸਫ਼ਰਨਾਮਾ, ਇਹ ਮੌਤ ਪਿੱਛੋਂ ਪ੍ਰਕਾਸ਼ਿਤ ਹੁੰਦਾ 1980 ਦੇ ਵਿੱਚ, ਕਿਉਂਕਿ 1977 ਜਾਂ 79 ਦੇ ਵਿੱਚ ਇਹਨਾਂ ਦੀ ਮੌਤ ਹੋ ਜਾਂਦੀ ਹੈ। ਅਤੇ ਮੇਰਾ ਆਖਰੀ ਸਫ਼ਰਨਾਮਾ ਛਪਦਾ ਜੀ 1980 ਦੇ ਵਿੱਚ। ਕਥਨੀ ਊਰੀ ਅਤੇ ਕਰਨੀ ਪੂਰੀ, ਇਹ 1970 ਦੀ ਰਚਨਾ ਹੈ। 1956 ਦੇ ਵਿੱਚ ਆਉਂਦੀ ਹੈ ਭਾਰਤ ਦੇ ਭਰਪੂਰ ਭੰਡਾਰੀ। ਸਫ਼ਰਨਾਮੇ ਦੀ ਇਹਨਾਂ ਨੇ ਨਵੀਂ ਪਿਰਤ ਪਾਈ ਹੈ, ਜੋ ਮੇਰਾ ਵਲਾਇਤੀ ਸਫ਼ਰਨਾਮਾ ਲਿਖ ਕੇ। ਅਤੇ ਵਿਗਿਆਨਕ ਸੂਝ ਅਤੇ ਤਰਕ ਨੂੰ ਪਹਿਲੀ ਵਾਰੀ ਪੰਜਾਬੀ ਵਿੱਚ ਆਪਣੇ ਲੇਖਾਂ ਰਾਹੀਂ ਪੇਸ਼ ਕਰਨ ਵਾਲੇ ਲਾਲ ਸਿੰਘ ਕਮਲਾ ਅਕਾਲੀ ਨੇ, ਕਿਉਂਕਿ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਈਆਂ, ਬਹੁਤ ਵੱਖ-ਵੱਖ ਖੇਤਰਾਂ ਦੇ ਵਿੱਚ ਇਹਨਾਂ ਨੇ ਸੇਵਾਵਾਂ ਨਿਭਾਈਆਂ ਨੇ। ਤਾਂ ਇਹਦੀ ਜ਼ਿੰਦਗੀ ਜਿਹੜੀ ਹੈਗੀ ਆ ਬਹੁਤ ਵਿਭਿੰਨਤਾਵਾਂ ਭਰੀ ਸੀ। ਉਸੇ ਵਿਭਿੰਨਤਾਵਾਂ ਕਰਕੇ ਜ਼ਿੰਦਗੀ ਨੂੰ ਨੇੜਿਓਂ, ਬਹੁਤ ਨੇੜਿਓਂ ਦੇਖਣ ਅਤੇ ਸਮਝਣ ਦਾ ਇਹਨਾਂ ਨੂੰ ਮੌਕਾ ਮਿਲਿਆ। ਅਤੇ ਜ਼ਿੰਦਗੀ ਦੀ ਇਹ ਸੂਝ ਬੂਝ ਇਹਨਾਂ ਦੀਆਂ ਲਿਖਤਾਂ ਦੇ ਵਿੱਚ ਸਾਨੂੰ ਸਾਫ਼ ਝਲਕਦੀ ਹੈ। ਵਿਗਿਆਨਕ ਲੇਖ, ਇਹ ਵਿਗਿਆਨਕ ਲੇਖਾਂ ਦਾ ਸੰਗ੍ਰਹਿ ਹੈ। ਵਿਗਿਆਨਕ ਲੇਖ ਇਹਨਾਂ ਨੇ ਤਰਕ ਸੂਝ, ਇਹਨਾਂ ਦੀ ਜਿਹੜੀ ਵਿਗਿਆਨਕ ਹੈ, ਸਰਲ ਸਾਦੀ ਭਾਸ਼ਾ, ਮੁਹਾਵਰੇ ਰਾਹੀਂ ਜੀਵਨ
ਦੀ ਨਵੀਂ ਜਾਂਚ ਪ੍ਰਸਤੁਤ ਕੀਤੀ ਹੈ। ਜ਼ਿੰਦਗੀ ਪ੍ਰਤੀ ਇਹਨਾਂ ਦੀ ਨਿਵੇਕਲੀ ਪਹੁੰਚ ਸੀ ਤੇ ਇਹ ਸੰਪਾਦਕ ਰਹੇ ਨੇ ਖਾਲਸਾ ਉਰਦੂ ਅਖਬਾਰ ਦੇ। ਕਹਾਣੀ ਸੰਗ੍ਰਹਿ ਇਹਨਾਂ ਦਾ ਆਉਂਦਾ ਇੱਕ ਕਮਲਾ ਅਕਾਲੀ, ਉਹਦਾ ਦੂਜਾ ਨਾਂ ਹੈ ਕਿਰਪਾਨ ਦਾ ਸੱਚਾ ਆਸ਼ਕ। ਇਹ ਅਕਾਲੀ ਲਹਿਰ ਨਾਲ ਸੰਬੰਧਿਤ ਸੀ ਤੇ ਇਸੇ ਰਚਨਾ ਦੇ ਕਾਰਨ ਹੀ ਇਹਨਾਂ ਦੇ ਨਾਂ ਦੇ ਨਾਲ ਇਹਨਾਂ ਦੀ ਕਹਾਣੀ ਦਾ ਨਾਮ ਜੁੜ ਗਿਆ, ਕਮਲਾ ਅਕਾਲੀ। ਤੇ ਇਹ ਜਦੋਂ ਕਹਾਣੀ ਛਪਦੀ ਹੈ ਇਹਨਾਂ ਦੀ, ਤਾਂ ਨਿੱਕੀ ਕਹਾਣੀ ਜਿਹੜੀ ਹੈਗੀ ਆ ਉਸ ਸਮੇਂ ਆਪਣੇ ਨਿਕਾਸ ਦੇ ਆਰੰਭਲੇ ਪੜਾਅ 'ਤੇ ਸੀ, ਹਜੇ ਸ਼ੁਰੂਆਤ ਉਹਦੀ ਹੋਈ ਸੀ। 1921 ਦੇ ਵਿੱਚ ਕਹਾਣੀ ਆਉਂਦੀ ਆ ਕਮਲਾ ਅਕਾਲੀ, ਤੇ ਇਹ ਅਕਾਲੀ ਅਖਬਾਰ ਦੇ ਵਿੱਚ ਛਪੀ ਸੀ ਤੇ ਇਹਨੂੰ ਪੰਜਾਬੀ ਦੀ ਪਹਿਲੀ ਨਿੱਕੀ ਕਹਾਣੀ ਕਿਹਾ ਜਾਂਦਾ ਹੈ। ਹੀਰਾ ਸਿੰਘ ਦਰਦ ਨੇ ਜਿਹੜੇ, ਉਹ ਆਪਣਾ ਸੰਪਾਦਿਤ ਕਹਾਣੀ ਸੰਗ੍ਰਹਿ 1940 ਦੇ ਵਿੱਚ ਸੰਪਾਦਿਤ ਹੁੰਦਾ ਪੰਜਾਬੀ ਸਦਰਾਂ, ਉਹਨਾਂ ਦੇ ਵਿੱਚ ਉਹਨਾਂ ਨੇ ਵੀ ਪੰਜਾਬੀ ਦੀ ਪਹਿਲੀ ਨਿੱਕੀ ਕਹਾਣੀ ਮੰਨਦੇ ਨੇ ਕਮਲਾ ਅਕਾਲੀ ਨੂੰ। ਵੈਸੇ ਤਾਂ ਇਹਨੂੰ ਜ਼ਿਆਦਾਤਰ ਨਿੱਕੀ ਕਹਾਣੀ ਹੀ ਮੰਨਿਆ ਜਾਂਦਾ ਕਮਲਾ ਅਕਾਲੀ ਨੂੰ, ਪਰ ਕਈ ਜਿਹੜੇ ਹੈਗੇ ਨੇ ਉਹ ਇਸ ਨੂੰ ਟਰੈਕਟ ਮੰਨਦੇ ਨੇ। ਤੇ ਜੋ ਲਾਲ ਸਿੰਘ ਕਮਲਾ ਅਕਾਲੀ ਹੈ, ਉਹਨੂੰ ਆਮ ਆਦਮੀ ਦਾ ਲੇਖਕ ਕਿਹਾ ਜਾਂਦਾ ਹੈ। ਤੇ ਉਹ ਕਿਉਂਕਿ ਵਾਰਤਕ ਦੇ ਵਿੱਚ ਜਨ ਸਧਾਰਨ ਦੀ ਗੱਲ, ਆਮ ਲੋਕਾਂ ਦੀ ਗੱਲ ਕਰਦੇ ਆ, ਆਮ ਲੋਕਾਂ ਦੀ ਭਾਸ਼ਾ ਦੇ ਵਿੱਚ। ਇਹਨਾਂ ਦੇ ਲੇਖ ਨੇ ਜੱਟ ਦਾ ਆਟ, ਪੈਰ ਦੀ ਜੁੱਤੀ, ਸੈਲਾਨੀ ਦੇਸ਼ ਭਗਤ, ਜਿਹੜੀ ਇਹਨਾਂ ਦੀ ਰਚਨਾ, ਇਹਨੂੰ ਸਫ਼ਰਨਾਮਾ ਵੀ ਮੰਨ ਲਿਆ ਜਾਂਦਾ ਹੈ। ਇਹਦੇ ਵਿੱਚ ਜਾਪਾਨ ਤੋਂ ਸਾਊਥ ਈਸਟ ਏਸ਼ੀਆ, ਦੱਖਣੀ ਪੂਰਬੀ ਏਸ਼ੀਆ ਦੇ ਇਲਾਕੇ ਦਾ ਜਿਹੜਾ ਪ੍ਰਕਿਰਤਿਕ, ਕੁਦਰਤੀ ਤੇ ਸੱਭਿਆਚਾਰਕ ਵਰਣਨ ਸਾਨੂੰ ਮਿਲਦਾ। 1916 ਦੇ ਵਿੱਚ ਇਹਨਾਂ ਨੇ LLB ਕੀਤੀ, ਫਿਰ ਇਹ ਬਰਮਾ ਚਲੇ ਗਏ ਤੇ 1923 ਦੇ ਵਿੱਚ ਇਹਨਾਂ ਨੇ ਵਲੈਤ ਦੇ ਵਿੱਚ MSc ਕੀਤੀ ਹੈ ਤੇ ਕੁੱਲ ਉਮਰ ਇਹਨਾਂ ਦੀ 78 ਸਾਲ ਦੀ ਸੀ। 1920-21 ਦੇ ਵਿੱਚ ਇਹਨਾਂ ਨੇ ਕਮਲਾ ਅਕਾਲੀ ਜਿਹੜੀ ਲਿਖੀ ਸੀ ਕਹਾਣੀ, ਉਹ ਇੱਕ ਪੈਂਫਲੇਟ ਦੇ ਤੌਰ 'ਤੇ ਲਿਖੀ ਅਕਾਲੀ ਲਹਿਰ ਦੇ ਲਈ, ਆਪਾਂ ਪਿੱਛੇ ਕਰ ਚੁੱਕੇ ਹਾਂ। ਜਿਹੜਾ ਮੇਰਾ ਵਲਾਇਤੀ ਸਫ਼ਰਨਾਮਾ, ਯੂਰਪ ਯਾਤਰਾ ਦਾ ਬਿਰਤਾਂਤ ਹੈ। ਯੂਰਪ ਵੀ, ਇੰਗਲੈਂਡ ਦਾ ਜਿਹੜਾ ਲੰਡਨ ਸ਼ਹਿਰ ਆ, ਉਹਦਾ ਵੀ ਇਹਦੇ 'ਚ ਖਾਸ ਵਰਣਨ ਹੈ। ਇੰਗਲੈਂਡ ਯਾਤਰਾ ਬਾਰੇ ਲਿਖਿਆ ਇਹਦੇ 'ਚ, ਤੇ ਇਹਦੇ ਵਿੱਚ ਹਾਸ ਰਸ ਵੀ ਸਾਨੂੰ ਵੇਖਣ ਨੂੰ ਮਿਲਦਾ ਹੈ। ਹਾਸਾ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਹੈਗਾ, ਨਾਲ ਨਾਲ ਫਲਸਫਾ ਵੀ ਆ, ਫਿਲੋਸਫੀ ਵੀ ਹੈ, ਦਾਰਸ਼ਨਿਕ ਵਿਸ਼ੇ ਆ, ਤੇ ਕਲਪਨਾ ਦੀ ਉਡਾਰੀ ਵੀ ਹੈ। ਇਹ ਕੋਈ ਨਾ ਕੋਈ ਸਿਧਾਂਤ ਲੈ ਲੈਂਦੇ ਆਪਣੀਆਂ ਰਚਨਾਵਾਂ ਦੇ ਵਿੱਚ, ਫਿਰ ਉਹਦੇ ਉੱਤੇ ਹੀ ਉਹ ਜਿਹੜੀ ਰਚਨਾ ਹੈ ਉਹ ਕਰਦੇ ਆ ਤੇ ਉਹਨੂੰ ਪ੍ਰੂਫ ਕਰਦੇ ਆ ਆਪਣੀ ਰਚਨਾ ਦੇ ਰਾਹੀਂ। ਜਿਹੜਾ ਸਿਧਾਂਤ ਲੈ ਕੇ ਚੱਲਦੇ ਆ ਉਹਨੂੰ ਫਿਰ ਆਪਣੀ ਰਚਨਾ ਦੇ ਵਿੱਚ ਸਿੱਧ ਕਰਨ ਦੀ ਕੋਸ਼ਿਸ਼ ਇਹਨਾਂ ਨੇ ਕੀਤੀ ਹੈ। ਮਨ ਦੀ ਮੌਜ ਇਹਨਾਂ ਦਾ ਲੇਖ ਸੰਗ੍ਰਹਿ ਹੈ, ਜਿਹੜਾ ਕਿ ਲਾਹੌਰ ਬੁੱਕ ਸ਼ਾਪ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਹੋਇਆ ਹੈ। 1927 ਤੋਂ 29 ਇਹ ਪੜ੍ਹਾਈ ਲਈ ਇੰਗਲੈਂਡ ਗਏ ਸੀ, ਇੰਗਲੈਂਡ ਦਾ ਸਫ਼ਰ ਕੀਤਾ ਤੇ ਇਸੇ ਸਫ਼ਰ ਦੇ ਆਧਾਰ 'ਤੇ ਮੇਰਾ ਵਲਾਇਤੀ ਸਫ਼ਰਨਾਮਾ ਲਿਖਿਆ, ਜਿਹਦੇ ਵਿੱਚ ਇੱਕ ਅੰਸ਼ ਹੈ ਲੰਦਨ ਅਤੇ ਲੰਦਨ ਦੇ ਲੋਕ। ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਬਸ ਆਪਾਂ ਨੂੰ ਲੰਦਨ ਦੇ ਜਿਹੜੇ ਲੋਕ ਆ, ਲੰਡਨ ਸ਼ਹਿਰ ਦੇ, ਉੱਥੋਂ ਦਾ ਜੀਵਨ ਕਿਸ ਤਰ੍ਹਾਂ ਦਾ, ਉੱਥੋਂ ਦੇ ਲੋਕ ਕਿਸ ਤਰ੍ਹਾਂ ਦੇ, ਉਹਨਾਂ ਦਾ ਰਹਿਣ ਸਹਿਣ ਕਿਹੋ ਜਿਹਾ, ਉਹਨਾਂ ਦੀਆਂ ਆਦਤਾਂ ਕਿਹੋ ਜਿਹੀਆਂ, ਉਹਨਾਂ ਦੇ ਕੰਮ ਧੰਦੇ ਕਿਹੋ ਜਿਹੇ ਆ, ਬਸ ਇਸ ਚੀਜ਼ ਬਾਰੇ ਦੱਸਿਆ ਉਹਨੂੰ। ਤੇ ਆਪਣੇ ਜੋ ਇੰਡੀਆ ਦੀ ਜਿਹੜੀ ਆਪਣਾ ਜੀਵਨ ਚੱਲਦਾ, ਜੀਵਨ ਜਾਂਚ ਜਿਹੜੀ ਹੈਗੀ ਆਪਣੇ ਦੇਸ਼ ਦੇ ਲੋਕਾਂ ਦੀ ਤੇ ਲੰਦਨ ਦੇ ਲੋਕਾਂ ਦੀ ਜੀਵਨ ਜਾਂਚ ਕਿਹੋ ਜਿਹੀ ਹੈ, ਉਹਨਾਂ ਦਾ ਤੁਲਨਾਤਮਕ ਅਧਿਐਨ ਕੀਤਾ ਵੀ ਉੱਥੇ ਲੋਕ ਕਿਵੇਂ ਕਿਸ ਤਰ੍ਹਾਂ ਦਾ ਕੰਮ ਕਰਦੇ ਆ, ਆਪਣੇ ਜਿਹੜੇ ਹੈਗੇ ਕਿਸ ਤਰ੍ਹਾਂ ਜ਼ਿੰਦਗੀ ਨੂੰ ਜਿਉਂਦੇ ਆ, ਕਿਵੇਂ ਦਿਨ ਦੀ ਸ਼ੁਰੂਆਤ ਕਰਦੇ ਆ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਦੱਸੀਆਂ ਹਨ। ਤੇ ਇੱਕ ਇਹਨਾਂ ਦਾ ਲੇਖ ਹੈ ਜੀ ਢੋਲ ਢਮੱਕਾ, 9ਵੀਂ ਜਾਂ 10ਵੀਂ ਕਲਾਸ ਦੀ ਬੁੱਕ ਦੇ ਵਿੱਚ ਇਹ ਮਿਲਦਾ ਹੈਗਾ, PSEB ਦੀ ਬੁੱਕ ਹੈ, ਉਹਦੇ ਵਿੱਚ ਮਿਲਦਾ ਜੀ ਢੋਲ ਢਮੱਕਾ। ਇਹਦੇ ਵਿੱਚ ਸ਼ੋਰ ਸ਼ਰਾਬੇ ਬਾਰੇ ਦੱਸਿਆ ਵੀ ਕਿਸ ਤਰ੍ਹਾਂ ਜਿਹੜੇ ਲੋਕ ਹੈ ਸ਼ੋਰ ਸ਼ਰਾਬਾ ਪਾਉਂਦੇ ਆ, ਕਿਤੇ ਗਲੀਆਂ 'ਚ ਸਮਾਨ ਵੇਚਣ ਵਾਲੇ ਆ ਗਏ। ਠੀਕ ਹੈ, ਜਿਵੇਂ ਕਈ ਲੋਕਾਂ ਨੂੰ ਉੱਚੀ ਉੱਚੀ ਬੋਲਣਾ ਪਸੰਦ ਹੁੰਦਾ ਹੈ, ਤੇ ਪਰ ਜਿਵੇਂ ਜਿਹੜਾ ਬੰਦਾ ਜ਼ਿਆਦਾ ਸ਼ੋਰ ਸ਼ਰਾਬੇ 'ਚ ਰਹਿੰਦਾ ਉਹਦੀ ਸੁਣਨ ਦੀ ਸਮਰੱਥਾ ਘੱਟ ਜਾਂਦੀ ਹੈ, ਉਹਨੂੰ ਘੱਟ ਸੁਣਨ ਲੱਗਦਾ। ਜਿਹੜਾ ਬੰਦਾ ਸ਼ਾਂਤ ਮਾਹੌਲ ਦੇ ਵਿੱਚ ਰਹਿੰਦਾ ਉਹਦੀ ਸੁਣਨ ਦੀ ਸਮਰੱਥਾ ਵੱਧ ਹੁੰਦੀ ਹੈ, ਇਹਦੇ ਵਿੱਚ ਇਹ ਵੀ ਦੱਸਿਆ ਗਿਆ। ਤੇ ਲਾਲ ਸਿੰਘ ਕਮਲਾ ਅਕਾਲੀ ਜੀਵਨ ਤੇ ਰਚਨਾ, ਅਵਿਨਾਸ਼ ਕੌਰ ਦੀ ਰਚਨਾ।
ਫਿਰ ਇਹ 1935 ਤੋਂ 45 ਵੀ ਲਿਖਿਆ ਮਿਲਦਾ ਵੀ ਇਹ MLA ਰਹੇ ਆ ਇੰਨਾ ਸਮਾਂ। ਅਤੇ 1943 ਤੋਂ 46 ਇਹ ਰੋਜ਼ਾਨਾ ਅਜੀਤ ਜਿਹੜਾ ਉਰਦੂ ਦੇ ਵਿੱਚ ਛਪਦਾ ਸੀ ਉਹਦੇ ਮੈਨੇਜਿੰਗ ਡਾਇਰੈਕਟਰ ਰਹੇ ਆ। ਲੁਧਿਆਣਾ ਡਿਸਟ੍ਰਿਕਟ ਕੋਰਟ ਦੇ ਵਿੱਚ ਇਹ ਵਕਾਲਤ ਕਰਦੇ ਰਹੇ ਆ। ਜੀਵਨ ਨੂੰ ਬਹੁਤ ਹੀ ਨੀਝ ਨਾਲ ਵੇਖਦੇ ਸੀਗੇ। ਪਰਪੱਕ ਗੱਤਕਾਰ ਹੈ, ਵਿਸ਼ਾਲ ਅਨੁਭਵ ਸੀ, ਦੇਸ਼ਾਂ ਵਿਦੇਸ਼ਾਂ ਦੀ ਇਹਨਾਂ ਨੇ ਸੈਰ ਕੀਤੀ ਹੈ। ਛੋਟੇ ਛੋਟੇ ਵਾਕ ਜਿਹੜੇ ਹੈਗੇ ਆ ਉਹ ਇਹਨਾਂ ਨੇ ਲਿਖੇ ਆਪਣੀਆਂ ਰਚਨਾਵਾਂ ਦੇ ਵਿੱਚ। ਵਿਅੰਗ, ਤਰਕ, ਲੇਖਾਂ ਦਾ ਆਧੁਨਿਕ ਚਰਿੱਤਰ, ਕਲਮ ਕਮਲੇ ਦੀ ਕਮਲੀ ਹੋ ਗਈ, ਵੇਖ ਲੰਡਨ ਦੀਆਂ ਕੁੜੀਆਂ। ਇਹਨਾਂ ਦੀਆਂ ਲਾਈਨਾਂ ਨੇ ਜਿਹੜੀਆਂ ਇਹਨਾਂ ਨੇ ਲੰਡਨ ਦੀਆਂ ਕੁੜੀਆਂ ਨੂੰ ਦੇਖ ਕੇ ਉਹਨਾਂ ਦੇ ਬਾਰੇ ਲਿਖੀਆਂ ਸੀ। ਇਹ ਤੁਸੀਂ ਪੜ੍ਹ ਲਿਓ। ਅਤੇ ਜੋ ਇਹਨਾਂ ਦਾ ਸੈਲਾਨੀ ਦੇਸ਼ ਭਗਤ ਰਚਨਾ ਹੈ, ਅੰਨ੍ਹਿਆ ਪੁਰਖੀ ਬਿਰਤਾਂਤ ਵਿਧੀਆਂ ਵਰਤੀਆਂ। ਅੰਨ੍ਹਿਆ ਪੁਰਖੀ ਜਿਵੇਂ ਇੱਕ ਉੱਤਮ ਪੁਰਖੀ ਹੁੰਦਾ, ਮੱਧਮ ਪੁਰਖੀ, ਅੰਨ੍ਹਿਆ ਪੁਰਖੀ ਜਦੋਂ ਕਿਸੇ ਹੋਰ ਬਾਰੇ ਤੀਜੇ ਬਾਰੇ ਗੱਲ ਕੀਤੀ ਜਾਂਦੀ ਹੈ, ਉਸ ਵਿਧੀ ਨਾਲ ਲਿਖਿਆ। ਇਹ 2 ਦੇਸ਼ ਭਗਤਾਂ ਦੀ ਜਾਪਾਨ ਤੋਂ ਵਾਪਸੀ ਦਾ ਇਹਦੇ ਵਿੱਚ ਸਮਾਚਾਰ ਦਰਸਾਇਆ ਗਿਆ। ਅਤੇ ਇਹਦੇ ਵਿੱਚ ਜਾਸੂਸੀ ਨਾਵਲਾਂ ਵਰਗੀ ਜਗਿਆਸਾ, ਉਤਸੁਕਤਾ ਹੈਗੀ ਹੈ ਇਹਦੇ ਵਿੱਚ। ਸਮੁੰਦਰੀ ਤੂਫਾਨਾਂ ਦੀ ਭਿਆਨਕਤਾ, ਮੁਸਾਫਰਾਂ ਦੇ ਸਿਰ ਮੰਡਰਾਉਂਦਾ ਖਤਰਾ, ਅਤੇ ਸਾਊਥ ਈਸਟ ਏਸ਼ੀਆ ਜਿਹੜੇ ਦੇਸ਼ਾਂ ਦੇ ਕੁਦਰਤੀ ਨਜ਼ਾਰੇ ਇਹਦੇ ਵਿੱਚ ਦਰਸਾਏ ਗਏ ਆ। ਮੌਤ ਰਾਣੀ ਦਾ ਘੁੰਡ 1934 ਜਿਹਦੇ ਵਿੱਚ 11 ਲੇਖ ਹੈ। ਕੁਝ ਲੇਖ ਇਹ ਗੁੱਜਾ ਭੇਦ, ਮੌਤ ਪਸਾਰਾ, ਜਨਮ ਮਰਨ ਦੇ ਦੁੱਖ, ਆਖਰੀ ਤਿਆਰੀ। ਇਹ ਜੋ ਹੈ ਇਹਨਾਂ ਦੇ ਜੀਵਨ ਦੀ ਰਚਨਾ, ਜੀਵਨ ਬਾਰੇ, ਜੀਵਨ ਅਤੇ ਰਚਨਾਵਾਂ ਬਾਰੇ ਜਾਣਕਾਰੀ ਹੈ। ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬੁੱਕ 'ਚੋਂ ਲਿਆਏ। ਉਹੀ ਸਭ ਹੈ ਜਿਹੜਾ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ। ਤੁਸੀਂ ਇਹਦਾ ਪੌਜ਼ ਕਰਕੇ ਵੀਡੀਓ ਨੂੰ ਇੱਥੋਂ ਪੜ੍ਹ ਸਕਦੇ ਹੋ ਆਰਾਮ ਨਾਲ। ਉਹੀ ਚੀਜ਼ਾਂ ਨੇ ਜੋ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ। ਅਤੇ ਆ ਇਹਨਾਂ ਦੀ ਵਾਰਤਕ ਰਚਨਾ ਬਾਰੇ ਹੈ। ਵਾਰਤਕ ਰਚਨਾ ਬਾਰੇ ਤੁਸੀਂ ਪੜ੍ਹ ਸਕਦੇ ਹੋ। ਅਤੇ ਆ ਜਿਹੜਾ ਇਹਨਾਂ ਦਾ ਲੇਖ ਹੈ ਕਿ ਢੋਲ ਢਮੱਕਾ, ਇਹ ਵੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਕਿਤਾਬਾਂ 'ਚ ਸਾਨੂੰ ਮਿਲਦਾ। ਇਹ ਉਹਦਾ ਸਾਰ ਹੈ, ਪੜ੍ਹਨਾ ਹੋਵੇ ਤਾਂ। ਅਤੇ ਆ ਇਸ ਸਾਰ ਦਾ ਬਾਕੀ ਹਿੱਸਾ ਹੈ। ਬਸ ਇਹਦੇ 3 ਹੀ ਪੇਜ ਨੇ, ਕਿਹੜਾ ਪਿਛਲੀ ਸਲਾਈਡ 'ਤੇ ਸੀ ਅਤੇ 2 ਆਹ ਵਾਲੇ ਨੇ। ਇਹ ਢੋਲ ਢਮੱਕਾ ਲੇਖ ਦਾ ਸਾਰ ਹੈ।